ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੇ ਪਿਆਰ ਵਾਲੀਆਂ ਸੰਗਤਾਂ ਦੇ ਚਰਨਾਂ ਦੀ ਧੂੜ, ਦਾਸ ਤੁਹਾਡਾ ਆਪਣਾ ਮਾਂ ਦੇਸਾਂ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ, ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਆਓ ਪਿਆਰਿਓ, ਸਾਂਝਾਂ ਪਾਈਏ। ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿਸ ਨੂੰ ਸੱਚੀ ਸਰਕਾਰ ਸਾਹਿਬ ਸਹਿਨਸ਼ਾਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਮਾਤਾ ਸਾਹਿਬ ਕੌਰ ਸੁੰਦਰ ਕੌਰ ਨੇ 1706 ਈਸਵੀ ਦੇ ਵਿੱਚ ਅੱਜ ਤੋਂ 316 ਸਾਲ ਪਹਿਲਾਂ ਭਾਗ ਲਾਏ। ਮਾਈ ਦੇਸਾਂ ਦੀ ਪ੍ਰੇਮਾ ਭਗਤੀ ਸਦਕਾ ਇੱਥੇ ਚਰਨ ਪਾਏ, 9 ਦਿਨ ਬਰਾਜੇ। ਬੜੀ ਮਾਣ ਵਾਲੀ ਗੱਲ ਹੈ ਆਪਣੇ ਲਈ ਕਿ ਜਿਸ ਬੁਰਜ ਵਿੱਚ, ਜਿਸ ਮਾਈ ਦੇਸਾਂ ਦੇ ਘਰ ਵਿੱਚ ਪਾਤਸ਼ਾਹ 9 ਦਿਨ ਠਹਿਰੇ ਸਨ, ਜਿਹਦੀ ਸੱਤ ਤੇ ਟਹਿਲੇ ਸਨ ਚੁਬਾਰੇ ਵਿੱਚ, ਜਿਹਦੇ ਅੰਦਰ ਬਰਾਜੇ ਸਨ, ਉਹ ਬੁਰਜ ਅੱਜ ਵੀ ਹੂਬਹੂ ਅਸਲੀ ਰੂਪ ਦੇ ਵਿੱਚ ਸਹੀ ਸਲਾਮਤ ਹੈ, ਜਿਹਦੇ ਦਰਸ਼ਨ ਦਿਦਾਰਿਆਂ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਆਉਂਦੀਆਂ ਹਨ। ਆ ਕੇ ਉਹਨਾਂ ਨੂੰ ਉਹ ਸਕੂਨ ਦੀ ਪ੍ਰਾਪਤੀ ਹੁੰਦੀ ਹੈ, ਸਹਿਜ ਦੀ ਸ਼ਾਂਤੀ ਦਾ ਮਿਲਾਪ ਹੁੰਦਾ ਹੈ, ਆਤਮਿਕ ਅਡੋਲਤਾ ਦੀ ਅਵਸਥਾ ਬਣਦੀ ਹੈ। ਕਿਉਂਕਿ ਇਤਿਹਾਸਕ ਸਥਾਨਾਂ ਦਾ ਪ੍ਰਭਾਵ ਇਸੇ ਕਰਕੇ ਵੀ ਹੁੰਦਾ ਕਿ ਜਿੱਥੇ ਸਤਿਗੁਰਾਂ ਨੇ ਕੋਈ ਬਚਨ ਕੀਤੇ ਹੋਣ ਤੇ ਉਹ ਬਚਨ ਸਦੀਆਂ ਤੱਕ ਸੱਤ ਹੀ ਰਹਿੰਦੇ ਆ। ਰਹਿੰਦੀ ਦੁਨੀਆ ਤੱਕ ਉਹ ਬਚਨਾਂ ਨੇ ਸੱਤ ਰਹਿਣਾ। ਜੋ ਬ੍ਰਹਮ ਗਿਆਨ ਦੀਆਂ ਦਾਤਾਂ ਮਾਤਾ ਦੇਸਾਂ ਦੀ ਝੋਲੀ ਪਾਈਆਂ, ਆਪਣੀਆਂ ਨਿਸ਼ਾਨੀਆਂ ਝੋਲੀ ਪਾਈਆਂ, ਦਸਤਾਰ ਨਿਸ਼ਾਨੀ ਵਜੋਂ ਦੇ ਕੇ ਗਏ, ਉਹਨਾਂ ਦੀ ਸਾਂਭ ਸੰਭਾਲ ਕਰਦਿਆਂ ਇਹਨਾਂ 50 ਸਾਲਾਂ ਦੌਰਾਨ ਜੋ ਜੋ ਬਰਕਤਾਂ ਸਾਨੂੰ ਮਿਲੀਆਂ, ਜੋ ਦਾਤਾਂ ਮਿਲੀਆਂ, ਜੋ ਬ੍ਰਹਮ ਗਿਆਨ ਦੀਆਂ ਦਾਤਾਂ ਮਾਂ ਦੇਸਾਂ ਨੇ ਦਾਸ ਦੀ ਝੋਲੀ ਪਾਈਆਂ, ਉਸ ਬਖਸ਼ੀ ਹੋਈ ਆਤਮਿਕ ਦ੍ਰਿਸ਼ਟੀ ਸਦਕਾ ਆਪਾਂ ਰੋਜ਼ਾਨਾ ਜੋ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ, ਜੋ ਗੁਰੂ ਨਾਨਕ ਨੇ 4 ਉਦਾਸੀਆਂ ਰਾਹੀਂ ਪੂਰੀ ਕਾਇਨਾਤ ਨੂੰ, ਪੂਰੇ ਸੰਸਾਰ ਨੂੰ ਵੰਡਿਆ, ਸਭੇ ਸਾਂਝੀਵਾਲ ਦਾ ਸੰਦੇਸ਼ ਦਿੱਤਾ, ਉਹੀ ਉਪਦੇਸ਼ ਮਾਤਾ ਜੀ ਵੱਲੋਂ ਹੁਕਮ ਹੋਇਆ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾ ਕੋ ਸਾਂਝਾ, ਸਭ ਨੂੰ ਸਾਂਝਾ ਉਪਦੇਸ਼ ਕਰੋ। ਜੋ ਗੁਰੂ ਦੇ ਦਰ ਤੋਂ, ਸਾਹਿਬ ਸ੍ਰੀ ਗੁਰੂ ਰਾਮਦਾਸ ਦੇ ਦਰ ਤੋਂ ਹੁਕਮਨਾਮੇ ਆਉਂਦੇ ਹਨ, ਉਹ ਪੂਰੀ ਕਾਇਨਾਤ ਲਈ ਹਨ, ਪੂਰੀ ਦੁਨੀਆ ਲਈ ਹਨ। ਹਰ ਕੋਈ ਉਹਨੂੰ ਸੁਣ ਕੇ, ਉਹਨਾਂ ਸੂਤਰਾਂ ਨੂੰ ਆਪਣੇ ਹਿਰਦੇ 'ਚ ਬੀਜ ਕੇ ਉਹਨਾਂ ਦੇ ਫਲ ਖਾ ਸਕਦਾ, ਆਪਣਾ ਜੀਵਨ ਬਣਾ ਸਕਦਾ, ਆਪਣੇ ਆਪੇ ਨਾਲ ਮਿਲਾਪ ਕਰ ਸਕਦਾ, ਆਪਣੇ ਆਪੇ ਨੂੰ ਜਾਣ ਸਕਦਾ। ਇਹ ਜਿਹੜੀਆਂ ਦਾਤਾਂ ਮਿਲਦੀਆਂ, ਇਹਨਾਂ ਦਾਤਾਂ ਤੋਂ ਖੁਸ਼ ਹੋ ਕੇ ਕੋਈ ਖਾਲਸਾ ਪੰਥ ਦਾ ਹਿੱਸਾ ਬਣਨਾ ਚਾਹੁੰਦਾ, ਖਾਲਸਾ ਰੂਪ 'ਚ ਆਉਣਾ ਚਾਹੁੰਦਾ, ਉਹਦੇ ਲਈ ਅੱਗੇ ਜ਼ਰੂਰ ਫਿਰ ਮਰਜ਼ਾਦਾ ਹੈ, ਉਹ ਮੰਨਣੀ ਪੈਣੀ ਆ। ਜਿਹਦਾ ਸਦਕਾ 10ਵੇਂ ਪਾਤਸ਼ਾਹ ਨੇ ਜੋ ਖੰਡੇ ਦੀ ਪੌਲ ਤਿਆਰ ਕੀਤੀ, ਪੰਚ ਪ੍ਰਧਾਨੀ ਇੱਕ ਸਿਸਟਮ ਦਿੱਤਾ, ਉਸ ਅਧੀਨ ਆ ਕੇ ਖੰਡੇ ਦੀ ਪੌਲ ਛਕ ਕੇ ਤੁਸੀਂ ਖਾਲਸਾ ਪੰਥ ਦਾ ਹਿੱਸਾ ਬਣ ਸਕਦੇ ਹੋ। ਆਪਣੇ ਆਪ ਨੂੰ ਅਕਾਲ ਪੁਰਖ ਦੇ ਪੁੱਤਰ ਮੰਨ ਕੇ ਖਾਲਸਾ ਅਕਾਲ ਪੁਰਖ ਕੀ ਫੌਜ, ਪੂਰੀ ਕਾਇਨਾਤ ਦੀ ਸੁਰੱਖਿਆ ਲਈ ਸਿਪਾਹੀ ਦੇ ਰੂਪ 'ਚ ਆਪਣੇ ਆਪ ਨੂੰ ਪੇਸ਼ ਕਰ ਸਕਦੇ ਹੋ। ਪਹਿਲੇ ਸੰਤ ਬਣਨਾ, ਗੁਰੂ ਨਾਨਕ ਤੋਂ ਲੈ ਕੇ ਬਾਣੀ ਦਾ ਉਪਦੇਸ਼ ਲੈਣਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸੰਤ ਵਾਲੀ ਸਾਰੀ ਕਿਰਿਆ ਨੂੰ ਸਮਝਣ ਤੋਂ ਬਾਅਦ ਫਿਰ ਸਿਪਾਹੀ ਵਾਲਾ ਅਹੁਦਾ ਮਿਲਦਾ। ਪਹਿਲਾਂ ਸਿਪਾਹੀ ਬਣ ਕੇ ਸੰਤ ਨਹੀਂ ਬਣਿਆ ਜਾ ਸਕਦਾ, ਸੰਤ ਤੋਂ ਦੂਜਾ ਸਟੈਪ ਸਿਪਾਹੀ ਆ। ਆਓ ਆਪਾਂ ਪੂਰੀ ਕਾਇਨਾਤ ਦੇ ਲੋਕਾਂ ਨੂੰ ਸੰਤ ਬਣਨ ਲਈ, ਸਾਧੂ ਬਣਨ ਲਈ ਪ੍ਰੇਰੀਏ, ਆਪਣੇ ਆਪੇ ਨੂੰ ਜਾਣਨ ਲਈ ਪ੍ਰੇਰੀਏ। ਤੇ ਅੱਜ ਦਾ ਜੋ ਵਾਕ ਹੈ, ਸੋਰਠ ਮਹੱਲਾ 5ਵਾਂ। ਠਾਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ। ਗੁਰ ਪੂਰਾ ਹੈ ਰਾਖੀ, ਸਰਨ ਸੱਚੇ ਕੀ ਤਾਕੀ। ਮਹਾਰਾਜ ਕਹਿੰਦੇ ਜਦੋਂ ਤੋਂ ਗੁਰੂ ਨਾਲ ਮਿਲਾਪ ਹੋ ਗਿਆ, ਗੁਰੂ ਨਾਨਕ ਦੇ ਘਰ ਆ ਗਏ, ਗੁਰ ਬਾਬੇ ਦੀਆਂ ਦਸੀਆਂ ਜੁਗਤਾਂ ਦਿਲ ਵਿੱਚ ਧਾਰ ਲੀਆਂ। ਗੁਰੂ ਨਾਨਕ ਦੇ ਘਰ ਆਉਣ ਦਾ ਮਤਲਬ ਹੈ ਜੋ ਬਖਸ਼ਿਸ਼ ਪੂਰੀ ਕਾਇਨਾਤ ਨੂੰ ਗੁਰੂ ਸਾਹਿਬ ਕਰਕੇ ਗਏ ਨੇ ਕਿ ਇੱਕ ਮੂਲ ਮੰਤਰ,
ਇੱਕੋ ਹੀ ਮੂਲ ਆਪਣਾ ਆਧਾਰ ਕੀ ਆ, ਇੱਕੋ ਹੀ ਮੂਲ ਜਿਹਦੇ ਨਾਲ ਜੁੜਨਾ ਤੇ ਅੰਦਰ ਕਰਤੇ ਪੁਰਖ ਕੋਲ ਚਲੇ ਜਾਣਾ। ਦੂਸਰਾ ਮਾਲਾ ਮੰਤਰ, ਜਪਜੀ ਸਾਹਿਬ ਦਾ ਪਾਠ। ਇਹ ਪੂਰੀ ਕਾਇਨਾਤ ਨੂੰ ਬਖਸ਼ਿਸ਼ ਕਰਕੇ ਗਏ ਨੇ ਸਤਿਗੁਰੂ। ਤੇ ਜਦੋਂ ਸਾਡੀ ਨਿਉ ਜੜ ਮੂਲ ਮੰਤਰ ਤੋਂ ਸ਼ੁਰੂ ਹੁੰਦੀ ਆ, ਉਸ ਇੱਕ ਤੋਂ ਸ਼ੁਰੂ ਹੁੰਦੀ ਆ, ਇੱਕ ਓੰਕਾਰ ਸਤਨਾਮ, ਉਹ ਸੱਚੇ ਨਾਮ ਤੋਂ ਸ਼ੁਰੂ ਹੁੰਦੀ ਆ। ਉਹ ਨਿਉ ਜੜ ਆ ਸਾਡੀ, ਪਹਿਲਾਂ ਨਿਉ ਪੱਕੀ ਕਰੋ। ਇੱਕ ਓੰਕਾਰ ਦਾ ਪਸਾਰਾ ਮੰਨਣਾ ਪੂਰੀ ਕਾਇਨਾਤ ਨੂੰ, ਖੰਡਾਂ ਬ੍ਰਹਮੰਡਾਂ ਨੂੰ। ਇਸੇ ਨੂੰ ਸੱਚਾ ਨਾਮ ਜਾਣਨਾ ਹੈ, ਮੰਨਣਾ ਨਹੀਂ, ਜਾਣਨਾ ਹੈ। ਅੰਦਰੋਂ ਪਤਾ ਲੱਗਣਾ ਹੈ ਤੇ ਉਹਨੂੰ ਜਾਣਨ ਲਈ ਸਤਿਗੁਰਾਂ ਤੋਂ ਪੁੱਛ ਕੇ ਕਰਨਾ ਕੀ ਹੈ। ਸਤਿਗੁਰੂ ਜਪਜੀ ਸਾਹਿਬ ਜੀ ਦੱਸਦੇ ਨੇ ਕਿ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਦੁਨਿਆਵੀ ਮਾਤਾ ਪਿਤਾ ਨੇ ਤੇਰੇ ਸਰੀਰ ਨੂੰ ਜਨਮ ਦਿੱਤਾ, ਤੈਨੂੰ ਜਨਮ ਦਿੱਤਾ, ਤੈਨੂੰ ਸਮਝ ਦਿੱਤੀ ਹੈ। ਹੁਣ ਤੈਨੂੰ ਇਲਾਹੀ ਗੁਰੂ ਦੀ ਜ਼ਰੂਰਤ ਆ। ਉਹ ਗੁਰੂ ਤੈਨੂੰ ਦੱਸਦਾ ਕਿ ਬੇਟਾ ਚੱਲ ਆਪਣੇ ਅੰਦਰ, ਆਪਣੇ ਆਪੇ ਦੇ ਨੇੜੇ ਆ ਜਾ। ਇਹ ਪਿੰਡ ਦੇ ਵਿੱਚ ਸਾਰੇ ਬ੍ਰਹਮੰਡ ਦੀਆਂ ਸ਼ਕਤੀਆਂ ਪਾਈਆਂ ਹੋਈਆਂ, ਸਾਰੇ ਸੂਤਰ ਇਹਦੇ ਵਿੱਚ ਹੀ ਨੇ। ਬਾਹਰ ਨਾ ਭਾਲ। ਗੁਰੂ ਨਾਨਕ ਦਾ ਇਹ ਸਿਧਾਂਤ ਆ ਕਿ ਤੀਰਥਾਂ ਤੇ ਨਾ ਭੱਜ, ਬਾਹਰ ਨਾ ਭੱਜ, ਬਾਹਰੀ ਕਰਿਆ ਕਰਮ ਨਾ ਕਰ ਬਹੁਤੇ, ਕੁਛ ਵੀ ਕਰੀ ਚੱਲ, ਕੁਛ ਨਹੀਂ ਬਣਨਾ ਜਿੰਨਾ ਚਿਰ ਆਪਣੇ ਆਪੇ ਦੇ ਨੇੜੇ ਨਹੀਂ ਆਉਂਦਾ। ਆਪਣੇ ਆਪੇ ਦੇ ਨੇੜੇ ਆਉਣਾ ਹੈ, ਸਰੀਰ ਨੂੰ ਹਰਮੰਦਰ ਜਾਣ ਕੇ ਇਹਦੀ ਸੇਵਾ ਕਰਨੀ ਹੈ। ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰਦਿਆਂ ਹੋਇਆਂ ਧਿਆਨ ਇਹਦੇ ਨਾਲ ਨਾਲ ਰੱਖਣਾ, ਨਾਲ ਨਾਲ ਰੱਖਣਾ। ਇਹਨੂੰ ਕਹਿੰਦੇ ਨੇ ਗੁਰਚਰਨਾਂ ਦੀ ਉਰਾਧਨਾ। ਜਿਵੇਂ ਜਿਵੇਂ ਕਰਦੇ ਜਾਵਾਂਗੇ ਤੇ ਸਾਡੀ ਨਿਉ ਜੜ ਏਡੀ ਵਧੀਆ ਕਿਲੇ ਵਰਗੀ ਬਣ ਜਾਣੀ ਆ। ਫਿਰ ਅੱਗੇ ਦੀ ਅੱਗੇ ਸਾਨੂੰ ਪਤਾ ਚੱਲਦਾ ਜਾਣਾ। ਇਹ ਸੂਤਰ ਨਹੀਂ ਛੱਡਣਾ ਨੇੜੇ ਰਹਿਣ ਵਾਲਾ। ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲਾ ਸੋ ਭਰਮ ਭਲਾਹੀ। ਹੋਰ ਸਭ ਜਪ ਤਪ ਬਾਹਰ ਆ। ਕਿੰਨੇ ਕੁਝ ਕਰ ਲੋ, ਹੰਕਾਰ ਵੱਧਦਾ ਜਾਣਾ, ਹੰਕਾਰ ਵੱਧਦਾ ਜਾਣਾ। ਤੀਰਥ ਯਾਤਰਾ, ਜਪ ਤਪ, ਬੜੇ ਬੜੇ ਸਮਾਗਮ। ਮਹਾਰਾਜ ਕਹਿੰਦੇ ਕਰਮ ਧਰਮ ਪਖੰਡ ਜੋ ਦੀਸੈ, ਤਨ ਜਮ ਜਗਾਤੀ ਲੂਟੈ। ਜੇ ਨਾਨਕ ਲੇਖਾ ਇੱਕ ਗੱਲ ਵਾਲੀ ਗੱਲ ਨਾ ਸਮਝ ਆਈ, ਉਹ ਇੱਕ ਗੱਲ ਹੈ ਕਿਹੜੀ? ਉਹ ਆਪਣੇ ਆਪੇ ਦੇ ਨੇੜੇ ਰਹਿਣਾ। ਆ ਜਿਹੜਾ ਪਵਨ ਗੁਰੂ ਦੇ ਰੂਪ ਹੋ ਕੇ ਨਿਰੰਕਾਰੀ ਚੀਜ਼ ਸਾਡੇ ਨਾਲ ਨਾਲ ਫਿਰਦੀ ਆ ਨਾ, ਜਿਹੜੀ ਕਿਸੇ ਦੇ ਵੱਸ ਨਹੀਂ, ਨਾ ਸਾਡੇ ਇਹ ਵੱਸ ਹੈ, ਨਾ ਸੀ, ਨਾ ਰਹਿਣੀ ਹੈ। ਇਹਨੂੰ ਕਦੇ ਨਹੀਂ ਕੋਈ ਰੋਕ ਸਕਿਆ, ਨਾ ਕੋਈ ਰੋਕ ਸਕੂਗਾ। ਇਹਨੇ ਜਿੱਦੇ ਜਾਣ ਦਾ ਨਿਰਣਾ ਕਰ ਲਿਆ, ਪੂਰੀ ਦੁਨੀਆ ਇੱਕ ਪਾਸੇ ਹੋ ਜਾਵੇ, ਇਹ ਨਹੀਂ ਰੁਕਦਾ। ਜੇ ਇਹਨੇ ਰਹਿਣ ਦਾ ਨਿਰਣਾ ਕਰ ਲਿਆ ਤਾਂ ਕੁਛ ਵੀ ਹੋਈ ਜਾਵੇ, ਇਹ ਰਹਿੰਦਾ। ਇਹ ਸਤਿਗੁਰੂ ਨਾਲ ਆ ਸਾਡੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਇਹਦਾ ਅਨੁਭਵ ਕਰਨਾ ਹੈ। ਉੱਠਣ ਸਾਰ ਇਸੇ ਨੂੰ ਹੀ ਆਰਾਧਨਾ, ਆਉਂਦੇ ਜਾਂਦੇ ਸਵਾਸਾਂ ਤੇ ਧਿਆਨ ਦੇਣਾ, ਮਹਿਸੂਸ ਕਰਨਾ ਹੈ ਜੋ ਸਤਿਗੁਰਾਂ ਦਾ ਵਚਨ ਹੈ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਭਲ ਕੇ ਉੱਠ ਹਰਨਾਮ ਧਿਆਵੈ। ਇਹ ਹਰੀ ਨਾਮ ਨੂੰ ਧਿਆਉਣਾ ਤੇ ਦਿਨ ਚੜੇ ਬਾਣੀ ਪੜ੍ਹਨੀ ਆ, ਗਾਉਣੀ ਆ, ਹੱਸਣਾ ਖੇਡਣਾ, ਸੰਸਾਰ ਦੇ ਕਾਰਜ ਕਰਨੇ ਆ ਪਰਿਵਾਰਾਂ ਨਾਲ ਮਿਲ ਕੇ। ਤੇ ਕਹਿੰਦੇ ਜਦੋਂ ਅਸੀਂ ਆਪਣੇ ਆਪੇ ਨੂੰ ਜਾਣਨਾ ਸ਼ੁਰੂ ਕੀਤਾ, ਨੇੜੇ ਆਉਣਾ ਸ਼ੁਰੂ ਕੀਤਾ, ਤਾਂ ਉਹ ਕਰਤੇ ਪੁਰਖ ਨੇ, ਜਿਹੜਾ ਕ੍ਰੀਏਟਰ ਹੈ, ਜਿਹੜਾ ਕਰਤਾਰ ਹੈ, ਜਿਹਨੂੰ ਕਿਹਾ ਕਰਤਾ ਪੁਰਖ, ਠਾਂਡ ਪਾਈ ਕਰਤਾਰੇ, ਐਸੀ ਅਵਸਥਾ ਦਾ ਮਾਲਕ ਬਣਾਤਾ ਸਾਨੂੰ ਕਿ ਠੰਡ ਪੈ ਗਈ। ਤਾਪ ਛੋੜ ਗਿਆ ਪਰਵਾਰੇ। ਤਾਪ ਸਾਨੂੰ ਸੀ ਕਾਹਦਾ? ਹਉਮੈ ਦਾ, ਤ੍ਰਿਸ਼ਨਾ ਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ। ਇਹ ਸ਼ਕਤੀਆਂ ਸਾਡੇ ਉੱਤੋਂ ਦੀ ਸੀ, ਸਾਨੂੰ ਭਟਕਾਉਂਦੀਆਂ ਸੀ। ਜਦੋਂ ਆਤਮਿਕ ਅਵਸਥਾ ਦਾ ਪਤਾ ਲੱਗਿਆ, ਇਹ ਸਾਡੇ ਨੌਕਰਾਂ ਵਾਂਗੂ ਕੰਮ ਕਰਨ ਲੱਗੀਆਂ ਸ਼ਕਤੀਆਂ। ਹੁਣ ਅਸੀਂ ਮਾਲਕ ਹਾਂ। ਤੇ ਜਿਹੜਾ ਸੰਤਾਪ ਹੈ, ਜਿਹੜਾ ਤਾਪ ਹੈ, ਇੰਦਰੀਆਂ ਨੂੰ ਚੜਿਆ ਹੁੰਦਾ ਹਉਮੈ ਦਾ, ਉਹ ਉਤਰ ਜਾਂਦਾ ਜਦੋਂ ਅੰਦਰੋਂ ਹਰੀ ਰਸ ਰਾਮ ਰਸ ਦਾ ਤੁਪਕਾ ਡਿੱਗਦਾ, ਠੰਡ ਪੈ ਜਾਂਦੀ ਹੈ। ਗੁਰ ਪੂਰਾ ਹੈ ਰਾਖੀ, ਸਰਨ ਸੱਚੇ ਕੀ ਤਾਕੀ। ਮਹਾਰਾਜ ਕਹਿੰਦੇ ਪੂਰੇ ਗੁਰੂ ਨੇ ਸਾਡੀ ਪੈਜ ਰੱਖ ਲਈ ਹੈ, ਕਿਰਪਾ ਕੀਤੀ ਹੈ ਸਾਡੇ ਤੇ, ਮਦਦ ਕੀਤੀ ਹੈ ਸਾਡੀ, ਆਪਣੀ ਸਰਨ ਦਿੱਤੀ ਹੈ। ਸੱਚੇ ਪਰਮ ਪਿਤਾ ਪਰਮਾਤਮਾ ਦੀ ਓਟ ਆਸਰਾ ਅਸੀਂ ਤੱਕ ਲਿਆ ਹੈ। ਫਿਰ ਅੱਗੇ ਕੀ ਕਹਿੰਦੇ? ਪਰਮੇਸ਼ਰ ਆਪ ਹੋਆ ਰਖਵਾਲਾ। ਜਿਹੜੀਆਂ ਪੋਜ਼ਿਟਿਵ ਸ਼ਕਤੀਆਂ ਨੇ, ਜਿਹੜੀਆਂ ਦੇਵ ਆਤਮਾਵਾਂ ਨੇ, ਜਿਨ੍ਹਾਂ ਦੀ ਡਿਊਟੀ ਜਪਣ ਵਾਲਿਆਂ ਦੀਆਂ ਮਦਦਾਂ ਕਰਨਾ, ਜਿਵੇਂ ਸਰਕਾਰ ਦੇ ਕੁਝ ਮਹਿਕਮੇ ਹੁੰਦੇ ਨੇ, ਉਸੇ ਤਰ੍ਹਾਂ ਜਦੋਂ ਹੀ ਅਸੀਂ ਇਸ ਪਾਸੇ ਆਉਣੇ ਆ ਆਪਣੇ ਆਪੇ ਨੂੰ ਜਾਣਨ ਵੱਲ, ਬਹੁਤ ਇਸ ਤਰ੍ਹਾਂ ਦੇ ਪਰਮੇਸ਼ਰ ਦੀਆਂ ਸ਼ਕਤੀਆਂ ਉਹ ਉਹਦੀ ਰੱਖਿਆ ਤੇ ਹੋ ਜਾਂਦੀਆਂ। ਬਹੁਤ ਤੁਸੀਂ ਦੇਖਿਆ ਹੋਣਾ ਕਿ ਬੱਚੇ ਦੀ ਰੱਖਿਆ ਕਈ ਵਾਰ ਆਪਣੇ ਆਪੇ ਹੁੰਦੀ ਹੈ। ਉਹ ਡਿੱਗੀ ਵੀ ਜਾਵੇ, ਉਹਦਾ ਉਵੇਂ ਨਹੀਂ ਕੁਛ ਟੁੱਟਦਾ ਜਿਵੇਂ ਇੱਕ ਸਿਆਣੇ ਦਾ ਟੁੱਟ ਜਾਂਦਾ।
ਜਾਂ ਇੱਕ ਜਿਹੜਾ ਬੇਬੂਝ ਹੋਇਆ ਵਾ ਬੰਦਾ, ਜਿਹਨੇ ਛੱਡਤਾ ਆਪਣੇ ਆਪ ਨੂੰ ਪ੍ਰਕਿਰਤੀ ਤੇ, ਉਹਦੇ ਵੀ ਉਵੇਂ ਛੱਟ ਨਹੀਂ ਵੱਜਦੀ। ਪਰਮੇਸ਼ਰ ਦੀਆਂ ਸ਼ਕਤੀਆਂ ਰਖਵਾਲਾ ਹੋ ਜਾਂਦੀਆਂ। ਪਰਮੇਸ਼ਰ ਆਪ ਹੋਆ ਰਖਵਾਲਾ, ਸ਼ਾਂਤ ਸਹਿਜ ਸੁਖ ਖਿਨ ਮਹਿ ਉਪਜੇ, ਮਨ ਹੋਆ ਸਦਾ ਸੁਖਾਲਾ। ਕਹਿੰਦੇ ਜਦੋਂ ਉਹ ਰਖਵਾਲਾ ਹੋ ਜਾਂਦਾ ਤੇ ਸਾਡੀ ਸੁਰਤ ਅੰਦਰ ਚਲੀ ਜਾਂਦੀ ਹੈ। ਖਿਨ ਕਿੰਨਾ ਕੁ ਹੁੰਦਾ? ਇੱਕ ਅੱਖ ਝਪਕਣ ਜਿੰਨੇ ਸਮੇਂ ਦੇ ਵਿੱਚ ਮਹਾਰਾਜ ਕਹਿੰਦੇ ਅੰਦਰ ਸ਼ਾਂਤੀ, ਸਹਿਜ, ਆਤਮਕ ਅਡੋਲਤਾ ਦੀ ਅਵਸਥਾ, ਸੁਖ ਖਿਨ ਮਹਿ ਉਪਜੇ, ਸਕਿੰਟਾਂ ਦੇ ਹਿਸਾਬ ਨਾਲ, ਮਨ ਹੋਆ ਸਦਾ ਸੁਖਾਲਾ। ਇਹ ਤੋਂ ਪਤਾ ਲੱਗਦਾ ਕਿ ਉਹ ਪਰਮੇਸ਼ਰ ਦੀਆਂ ਰੱਖਿਆ ਵਾਲੀਆਂ ਸ਼ਕਤੀਆਂ ਨੇ ਸਾਨੂੰ ਰਾਹ ਦੇਣਾ ਸ਼ੁਰੂ ਕਰਤਾ। ਸਾਨੂੰ ਝਲਕਾਰੇ ਵੱਜਣੇ ਸ਼ੁਰੂ ਹੋ ਗਏ। ਇੱਕ ਸਕਿੰਟ ਦੇ ਝਲਕਾਰੇ ਦੇ ਵਿੱਚ ਸ਼ਾਂਤੀ ਫੈਲ ਗਈ, ਸਹਿਜ ਦਾ ਰਾਜ ਹੋ ਗਿਆ, ਆਤਮਕ ਅਡੋਲਤਾ ਦੀ ਅਵਸਥਾ ਬਣ ਗਈ ਮਨ ਦੇ ਵਿੱਚ। ਤੇ ਕਹਿੰਦੇ ਮਨ ਸਦਾ ਲਈ ਸੁਖਾਲਾ ਹੋ ਗਿਆ, ਕਿਉਂਕਿ ਉਹਦੇ ਨਿਯਮਾਂ ਨੂੰ ਅਸੀਂ ਸਮਝਣ ਲੱਗ ਗਏ, ਅਸੀਂ ਬੁੱਝਣ ਲੱਗ ਗਏ। ਅੱਗੇ ਸਤਿਗੁਰੂ ਕੀ ਕਹਿੰਦੇ ਨੇ? ਹਰ ਹਰ ਨਾਮ ਦਿਓ ਦਾਰੂ, ਤਿੰਨ ਸਗਲਾ ਦੋ ਰੋਗ ਬਿਦਾਰੂ। ਇਹ ਹਰ ਹਾਹਾ ਵੀ ਬੀਜ ਮੰਤਰ ਆ, ਰਾਰਾ ਵੀ ਬੀਜ ਮੰਤਰ ਆ। ਇਹ ਦੋ ਚੱਕਰਾਂ ਦੇ ਬੀਜ ਮੰਤਰ ਆ। ਇਹਨੂੰ ਜਦੋਂ ਸਤਿਗੁਰੂ ਵੇਖਦਾ ਕਿ ਇਹਦੇ ਕਿੱਥੇ ਚੋਟ ਕਰਨੀ ਹੈ, ਕਿਹੜੇ ਚੱਕਰ ਤੇ ਚੋਟ ਕਰਕੇ ਤੋਂ ਕਿਹੜਾ ਕਾਰਜ ਲੈਣਾ, ਜਾਂ ਇਹਦੀ ਜਨਮਾਂ ਤੋਂ ਅੰਦਰਲੀ ਮੰਗ ਕੀ ਹੈ। ਜਿਵੇਂ ਕਿਸੇ ਨੇ ਵੀਰ ਰਸ ਵਾਲੀ ਮੰਗ ਹੀ ਰੱਖੀ ਵੀ ਹੈ ਬਚਪਨ ਤੋਂ ਵੀ, ਚੜ੍ਹਦੀ ਕਲਾ, ਵੀਰ ਰਸ, ਕੁਰਬਾਨੀ ਦੇਣੀ, ਯੋਧਾ ਬਣਨਾ, ਤੇ ਉਹਦੇ ਮਣੀਪੁਰ ਤੇ ਚੋਟ ਕੀਤੀ ਜਾਂਦੀ ਹੈ। ਉਹਨੂੰ ਮਣੀਪੁਰ ਦੇ ਮੰਤਰ ਦਿੱਤੇ ਜਾਂਦੇ ਆ ਕਿ ਚੱਲ ਫਿਰ ਅੱਗੇ, ਕਿਉਂਕਿ ਹਰ ਤਰ੍ਹਾਂ ਦੇ ਮਨੁੱਖ ਦੀ ਇਹ ਬ੍ਰਹਮੰਡ ਦੇ ਵਿੱਚ ਲੋੜ ਆ। ਇਹ ਗੱਲ ਜਿੰਨਾ ਚਿਰ ਸਮਝ ਨਹੀਂ ਆਉਂਦੀ ਉਹਨਾਂ ਚਿਰ ਹੀ ਸਾਡੇ ਬੈਰ ਵਿਰੋਧ ਆ। ਫਲਾਨਾ ਤਾਂ ਫਿਰ ਐਂ ਕਰੀ ਜਾਂਦਾ। ਫਿਰ ਕਈ ਵਾਰੀ ਅਸੀਂ ਕਿਸੇ ਇੱਕ ਸੰਤ ਨੂੰ ਬਹੁਤ ਜ਼ਿਆਦਾ ਸਲਾਹੁੰਦੇ ਆ, ਤੇ ਜਿਹੜਾ ਨਰਮ ਹੁੰਦਾ ਉਹਨੂੰ ਅਸੀਂ ਕਈ ਵਾਰੀ ਗਦਾਰੀ ਤੱਕ ਦਾ ਸਰਟੀਫਿਕੇਟ ਦੇ ਦਿੰਦੇ ਆ, ਕਿਉਂਕਿ ਜਿਹੜਾ ਬ੍ਰਹਮ ਗਿਆਨ ਦੀ ਅਵਸਥਾ 'ਚ ਪਹੁੰਚਿਆ ਹੋਇਆ ਉਹਦੀਆਂ ਕੁਛ ਗੱਲਾਂ ਸਾਨੂੰ ਐਂ ਲੱਗਦੀਆਂ ਜਿਵੇਂ ਇਹਦੀ ਅਣਖ ਹੀ ਨਹੀਂ ਹੁੰਦੀ। ਤੇ ਇਹ ਗੱਲ ਨਹੀਂ ਹੁੰਦੀ। ਆਪਣੀ ਆਪਣੀ ਅਵਸਥਾ ਤੇ ਸਤਿਗੁਰੂ ਜਦੋਂ ਨਾਮਦਾਨ ਦਿੰਦਾ, ਜਿਹੜੀ ਗੱਲ ਦਾ ਵੀ ਉਹ ਜਾਪ ਕਰਾਉਂਦਾ, ਮੰਤਰ ਜਾਪ ਕਰਾਉਂਦਾ, ਹਿਰਦੇ ਵਿੱਚ ਧਿਆਉਣ ਨੂੰ ਕਹਿੰਦਾ, ਰਾਮ ਨਾਮ ਦੀ ਦਾਰੂ ਦਿੰਦਾ, ਉਹ ਦੇਖਦਾ ਮੂਹਰਲੇ ਦੀ ਮੰਗ ਕੀ ਹੈ। ਤੇ ਸਤਿਗੁਰੂ ਕਹਿੰਦੇ ਹਰ ਹਰ ਨਾਮ ਦਿਓ ਦਾਰੂ, ਤਿੰਨ ਸਗਲਾ ਰੋਗ ਬਦਾਰੂ। ਜਦੋਂ ਹੀ ਇਹ ਬੀਜ ਮੰਤਰਾਂ ਨੇ ਚੱਲਣਾ, ਇਹਨਾਂ ਦੀ ਗੂੰਜ ਪੈਣੀ ਆ, ਇਹਨਾਂ ਦੀ ਸਾਊਂਡ ਦੀ ਟਣਕਾਰ ਵੱਜਣੀ ਆ ਜਾ ਕੇ ਉਹਨਾਂ ਸੈਂਟਰਾਂ ਤੇ, ਤਾਂ ਕਹਿੰਦੇ ਜਿੰਨੇ ਰੋਗ ਆ ਉਹ ਰੋਗਾਂ ਨੇ ਸਾਡਾ ਖੜਾ ਛੱਡ ਦੇਣਾ। ਬਦਾਰੂ, ਤਿੰਨ ਸਗਲਾ ਰੋਗ ਬਿਦਾਰੂ। ਮਹਾਰਾਜ ਕਹਿੰਦੇ ਰੋਗ ਕੱਟ ਦੇਣਾ, ਉਹ ਬਕਾਰ ਕੱਟ ਦੇਣੇ ਆ। ਹੋਣਾ ਕਦੋਂ ਆ? ਜਦੋਂ ਅਸੀਂ ਦਿੱਤੇ ਹੋਏ ਨਾਮ ਨੂੰ, ਹਰ ਹਰ ਨਾਮ ਨੂੰ ਜਪਾਂਗੇ, ਧਿਆਵਾਂਗੇ। ਆਪਣੀ ਕਿਰਪਾ ਧਾਰੀ, ਤਿੰਨ ਸਗਲੀ ਬਾਤ ਸਵਾਰੀ। ਉਹ ਆਪਣੀ ਕਿਰਪਾ ਧਾਰਦਾ। ਸਾਡੇ ਨਾਲ ਘਟਨਾਵਾਂ ਹੀ ਉਦੋਂ ਘਟਦੀਆਂ ਜਦੋਂ ਆਪਣੀ ਕਿਰਪਾ ਧਾਰਦਾ, ਉਹ ਸਾਨੂੰ ਆਪਣੇ ਖੇਤਰਫਲ 'ਚ ਲਿਆਉਂਦਾ, ਆਪਣੀ ਊਰਜਾ ਦੇ ਅਧੀਨ ਲੈ ਲੈਂਦਾ। ਆਪਣੀ ਕਿਰਪਾ ਧਾਰੀ, ਤਿੰਨ ਸਗਲੀ ਬਾਤ ਸਵਾਰੀ। ਫਿਰ ਸਾਰੀ ਬਾਤ ਹੀ, ਸਾਰੇ ਜੀਵਨ ਦੀ ਕਹਾਣੀ ਸਮਝ ਆ ਜਾਂਦੀ ਆ। ਹਰ ਗੱਲ ਜੋ ਹੋਣ ਵਾਲੀ ਵੀ ਆ, ਉਹ ਵੀ ਜਿਹੜੀ ਹੋ ਰਹੀ ਵੀ ਆ, ਉਹ ਵੀ ਇੱਕ ਖਾਸ ਤਰ੍ਹਾਂ ਦੀ ਸੂਝ ਆ ਜਾਂਦੀ ਹੈ ਅੰਦਰ ਕਿ ਐਸ ਲਾਅ ਦੇ ਅਧੀਨ, ਐਸ ਗੱਲ ਦੇ ਅਧੀਨ ਇਹ ਗੱਲ ਨੇ ਇਸੇ ਤਰ੍ਹਾਂ ਹੀ ਵਾਪਰਨਾ, ਫਿਰ ਇਹਦਾ ਆਹ ਰਿਜ਼ਲਟ ਬਣਨਾ। ਪ੍ਰਭ ਆਪਣਾ ਬਿਰਦ ਸੰਭਾਰਿਆ, ਹਮਰਾ ਗੁਣ ਅਵਗਣ ਨਾ ਵਿਚਾਰਿਆ। ਫਿਰ ਇੱਥੇ ਕਹਿੰਦੇ ਕੋਈ ਇਹ ਗੱਲ ਨਹੀਂ ਹੈ ਵੀ ਮੇਰੀ ਕੋਈ ਭਗਤੀ ਸੀ ਜਾਂ ਆਪਣੀ ਕਿਸੇ ਭਗਤੀ ਸ਼ਕਤੀ ਤੋਂ ਖੁਸ਼ ਹੋ ਕੇ ਜਾਂ ਆਪਣੀ ਸੇਵਾ ਤੋਂ ਖੁਸ਼ ਹੋ ਕੇ ਸਾਰਾ ਕੁਝ ਕੀਤਾ ਉਹਨੇ। ਕਹਿੰਦੇ ਨਹੀਂ, ਇਹ ਉਹਦਾ ਆਪਣਾ ਹੀ ਬਿਰਦ ਆ। ਉਹ ਸਦਾ ਹੀ ਦਿਆਲੂ ਆ, ਉਹ ਸਦਾ ਹੀ ਕਿਰਪਾਲੂ ਆ, ਉਹ ਪਤਿਤ ਪਾਵਨ ਹੈ। ਐਵੇਂ ਨਾ ਕਿਤੇ ਸੇਵਾ ਸਿਮਰਨ ਦਾ ਹੰਕਾਰ ਕਰਕੇ ਐਵੇਂ ਫੂੰ ਕਰਿਓ। ਉਹ ਪਤਿਤਾਂ ਨੂੰ ਵੀ ਪਾਵਨ ਕਰਨ ਵਾਲਾ, ਜਿਹਦੇ ਚਿੱਤ ਚੇਤੇ ਨਹੀਂ ਹੁੰਦਾ ਇਹ ਗੱਲ, ਉਹਨੂੰ ਵੀ ਚੱਕ ਕੇ ਹਿੱਕ ਨਾਲ ਲਾ ਲੈਂਦਾ। ਕਿਉਂਕਿ ਕਈ ਵਾਰ ਅਸੀਂ ਆਮ ਦੁਨਿਆਵੀ ਚੱਕਰਾਂ 'ਚ ਵੀ ਦੇਣੇ ਆ ਕਿ ਜਿਹੜਾ ਬੱਚਾ ਥੋੜ੍ਹਾ ਪਤਿਤ ਹੋ ਜੇ, ਵਿਗੜ ਜਾਵੇ, ਤੇ ਮਾਂ-ਬਾਪ ਨੂੰ ਉਹਦਾ ਪਿਆਰ ਵੱਧ ਆਉਣ ਲੱਗ ਜਾਂਦਾ, ਉਹਦੇ 'ਤੇ ਗੌਰ ਵੱਧ ਕਰਦੇ ਆ। ਜਿਹੜੇ ਸੂਝਵਾਨ ਸਿਆਣੇ ਹੁੰਦੇ ਆ, ਕਈ ਵਾਰੀ ਮਾਂ-ਪਿਓ ਕਈ ਦਿਨ ਉਹਨਾਂ ਦਾ ਹਾਲ ਚਾਲ ਵੀ ਨਹੀਂ ਪੁੱਛਦਾ। ਪਤਾ ਹੀ ਆ, ਸਮਝਦਾਰ ਆ, ਸਾਂਭਣਗੇ, ਆਪਦੇ ਆਪ ਨੂੰ ਸਾਂਭ ਰਹੇ ਆ। ਪਰ ਜਿਹੜਾ ਡੋਲਿਆ ਵਾ, ਅਣਜਾਣ ਹੈ, ਮਾਂ ਉਹਦੇ ਪਿੱਛੇ ਰਹਿੰਦੀ ਹੈ, ਪਿਤਾ ਦਾ ਧਿਆਨ ਉਹਦੇ 'ਚ ਰਹਿੰਦਾ।
ਉਹਨੂੰ ਦੁਲਾਰ ਦੇ ਪਿਆਰ ਦੇ ਵੀ ਆ। ਇਸ ਕਰਕੇ ਮਹਾਰਾਜ ਕਹਿੰਦੇ ਪ੍ਰਭ ਆਪਣਾ ਬਿਰਦ ਸੰਭਾਰਿਆ, ਉਹਨੇ ਆਪਦਾ ਬਿਰਦ ਪਾਲਿਆ, ਕਿਉਂਕਿ ਉਹ ਭਗਤ ਬਛਲ ਹੈ, ਉਹ ਰੱਖਿਆ ਕਰਦਾ, ਉਹਦਾ ਆਪਣਾ ਆਪਣਾ ਬਿਰਦ ਹੈ। ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਨਾ ਸਾਡੇ ਗੁਣ ਦੇਖੇ ਉਹਨੇ, ਨਾ ਸਾਡੇ ਔਗਣ ਦੇਖੇ, ਸਾਨੂੰ ਆਪਣੇ ਬਣਾ ਲਿਆ। ਇੱਕ ਗੇਮ ਦੇ ਅਧੀਨ, ਇੱਕ ਨਿਯਮ ਦੇ ਅਧੀਨ ਸਾਨੂੰ ਛੱਡਿਆ, ਮਾਇਆ ਦੇ ਇਸ ਜਾਲ 'ਚ। ਪ੍ਰਕਿਰਤੀ ਨੂੰ ਮਾਇਆ ਕਿਹਾ, ਇਹਦਾ ਹੀ ਇੱਕ ਆਪਣੇ ਸਿਸਟਮ ਹੈ। ਇਹਦੀ ਖਿੱਚ ਵੀ ਤਾਂ ਪੈਂਦੀ ਹੈ ਬਹੁਤ ਜ਼ਿਆਦਾ। ਜਿੰਨੇ ਰੰਗ ਰੂਪ ਆ, ਜਿੰਨੇ ਸਹਪਣਾ, ਜਿੰਨੇ ਫੁੱਲ ਆ, ਜੋ ਵੀ ਆ ਦੁਨੀਆ ਤੇ ਜਿੰਨੀ ਲਗਜ਼ਰੀ ਹੈ, ਪ੍ਰਕਿਰਤੀ ਦਾ ਅੰਗ ਆ, ਇਹ ਆਦ ਸ਼ਕਤੀ ਦਾ ਅੰਗ ਆ। ਇਹ ਮਾਂ ਦੇ ਹਿੱਸੇ ਆਉਂਦਾ। ਜਿਹੜੀ ਉਹਦੀ ਇਹ ਨੈਗੇਟਿਵ ਫੋਰਸ ਆ ਉਹਦੇ ਹਿੱਸੇ ਆਉਂਦਾ, ਜਿਹੜੀ ਉਹਦੀ ਪੋਜ਼ਿਟਿਵ ਫੋਰਸ ਆ ਜਿਹਨੂੰ ਸ਼ਿਵ ਕਿਹਾ ਉਹਦੇ ਹਿੱਸੇ ਆਉਂਦਾ ਨਿਰਾਕਾਰ ਹੋਣਾ, ਮੌਨ ਹੋਣਾ, ਆਪਣੇ ਆਪੇ ਨਾਲ ਜੁੜਨਾ। ਬਹੁਤ ਰਹਿਮਤ ਆ। ਤੇ ਅੱਗੇ ਸਤਿਗੁਰੂ ਕੀ ਕਹਿੰਦੇ ਆ, ਗੁਰ ਕਾ ਸ਼ਬਦ ਭਇਓ ਸਾਖੀ, ਤਨ ਸਗਲੀ ਲਾਜ ਰਾਖੀ। ਕਹਿੰਦੇ ਮੇਰੇ ਗੁਰੂ ਦਾ ਜਿਹੜਾ ਦਿੱਤਾ ਵਾ ਸ਼ਬਦ ਸੀ ਨਾ, ਉਹ ਮੇਰਾ ਗਵਾਹ ਬਣ ਗਿਆ, ਸਾਖੀ ਬਣ ਗਿਆ। ਦਿੱਤਾ ਵਾ ਨਾਮਦਾਨ, ਗਵਾਹੀ ਪਾਉਣ ਲੱਗ ਗਿਆ। ਕਿਉਂਕਿ ਜੋ ਸਾਡੇ ਜ਼ੁਬਾਨ ਤੇ ਚੱਲਦਾ ਹੈ, ਫਿਰ ਉਹ ਸਾਡੇ ਚਿੱਤ 'ਚ ਚੱਲਦਾ, ਮਨ 'ਚ ਚੱਲਦਾ। ਚਿੱਤ 'ਚ ਚੱਲਦਾ ਉਹ ਸਿਮਰਨ ਬਣ ਕੇ ਧਿਆਨ ਬਣ ਜਾਂਦਾ। ਧਿਆਨ ਜਦੋਂ ਹੀ ਬਣਦੀ ਆ ਕੋਈ ਚੀਜ਼, ਸਾਡੇ ਆਭਾ ਮੰਡਲ 'ਚ ਪ੍ਰਕਾਸ਼ਮਾਨ ਹੋਣ ਲੱਗ ਜਾਂਦੀ ਆ। ਕਈ ਵਾਰੀ ਸਾਨੂੰ ਲੱਗਦਾ ਵੀ ਆਭਾ ਮੰਡਲ ਦਿੰਦਾ ਤਾਂ ਹੈ ਨਹੀਂ। ਇਹ ਆਭਾ ਮੰਡਲ ਹੀ ਹੁੰਦਾ ਜਦੋਂ ਇੱਕ ਜਵਾਕ ਵੀ ਦੇਖ ਕੇ ਮੂੰਹ ਪਾਸੇ ਕਰ ਜਾਂਦਾ, ਕਰੋਧੀ ਬੰਦੇ ਨੂੰ ਦੇਖ ਕੇ ਉਹਦੀ ਗੋਦੀ ਨਹੀਂ ਜਾਂਦਾ ਹੈ, ਜਾਂ ਡਰ ਜਾਂਦਾ, ਉਹਨੂੰ ਖੁਦ ਨੂੰ ਦਿੰਦਾ ਕਿ ਇਹਦੇ ਆਭਾ ਮੰਡਲ 'ਚ ਗੁੱਸਾ, ਕਰੋਧ ਹੈ। ਸਾਨੂੰ ਵੀ ਪਿਆਰ ਵਾਲਿਆਂ ਦੇ ਚਿਹਰੇ ਵੀ ਦਿੰਦੇ ਹੁੰਦੇ ਆ, ਜਿਨ੍ਹਾਂ ਦੇ ਦਰਸ਼ਨ ਕਰਕੇ ਚਿੱਤ ਖਿੜ ਜਾਂਦਾ, ਤੇ ਉਹ ਵੀ ਦਿੰਦੇ ਹੁੰਦੇ ਜਿਨ੍ਹਾਂ ਨੂੰ ਦੇਖਣ ਸਾਰ ਮਨ ਐ ਹੋ ਜਾਂਦਾ, ਯਾਰ ਕਿੱਥੋਂ ਮੱਥੇ ਲੱਗ ਗਿਆ। ਇਹ ਚੀਜ਼ਾਂ ਹੈਗੀਆਂ, ਇਹ ਆਭਾ ਮੰਡਲ 'ਚ ਹੀ ਹੁੰਦੀਆਂ। ਜਦੋਂ ਬੀਜ ਮੰਤਰ ਦਿੱਤੇ ਹੋਏ, ਨਾਮ ਦਿੱਤਾ ਹੋਇਆ ਚਿੱਤ 'ਚ ਚੱਲਦਾ ਰਹਿੰਦਾ, ਉਹ ਸਾਡੇ ਆਭਾ ਮੰਡਲ 'ਚ ਆ ਜਾਂਦਾ। ਤੇ ਫਿਰ ਉਹ ਗਵਾਹੀ ਭਰਦਾ। ਉਹਨੂੰ ਸਕੈਨ ਕਰਨ ਵਾਲੀਆਂ ਮਸ਼ੀਨਾਂ ਜੋ ਸਾਹਮਣੇ ਆਉਂਦੀਆਂ ਨਾ, ਉੱਥੇ ਗਵਾਹ ਬਣ ਕੇ ਖੜ ਜਾਂਦਾ। ਜਿਵੇਂ ਟੋਲ ਤੋਂ ਲੰਘਦੇ ਆ ਨਾ, ਜੇ ਖਾਤੇ 'ਚ ਪੈਸੇ ਹੋਣ ਤਾਂ ਰੋਕ ਨਹੀਂ ਪੈਂਦੀ, ਰੋਕ ਨਹੀਂ ਪੈਂਦੀ, ਫਿਰ ਉਹ ਆਪਣੇ ਆਪ ਹੀ ਕੱਟੇ ਜਾਂਦੇ ਆ। ਤੇ ਜੇ ਨਾ ਹੋਣ ਤਾਂ ਰੋਕ ਪੈ ਜਾਂਦੀ ਆ। ਇਹ ਸਕੈਨਿੰਗ ਸਿਸਟਮ ਹੀ ਆ ਸਾਡਾ, ਕਿ ਉਹ ਸਾਡੀ ਸਾਖੀ ਭਰਦਾ। ਗੁਰੂ ਦਾ ਦਿੱਤਾ ਮੰਤਰ, ਗੁਰ ਕਾ ਸ਼ਬਦ ਭਇਓ ਸਾਖੀ, ਤੈਨ ਸਗਲੀ ਲਾਜ ਰਾਖੀ। ਸਾਰੇ ਤਰ੍ਹਾਂ ਦੀ ਲਾਜ ਰੱਖ ਲਈ, ਇੱਜ਼ਤ ਪੱਤ ਸਾਡੀ ਰੱਖ ਲਈ। ਸਾਨੂੰ ਬਕਾਰਾਂ ਦੇ ਢਹੇ ਚੜ੍ਹਨ ਤੋਂ ਉਹਨੇ ਹੱਥ ਦੇ ਕੇ ਬਚਾ ਲਿਆ। ਬੁਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। ਹੇ ਪ੍ਰਮਾਤਮਾ ਕਿਰਪਾ ਕਰੀ, ਮੈਂ ਜੋ ਵੀ ਬੋਲਾਂ ਤੇਰਾ ਬੁਲਾਇਆ ਹੀ ਬੋਲਦਾ। ਮੈਂ ਇਹ ਗੱਲ ਨੂੰ ਸਮਝ ਚੁੱਕਿਆ ਕਿ ਮੇਰੇ ਸਾਰੇ ਕੁਝ ਵੀ ਨਹੀਂ ਹੈ, ਕਿਉਂਕਿ ਮੈਂ ਇਹੋ ਜਿਹੇ ਹਾਲਾਤ ਦੇਖ ਚੁੱਕਿਆ ਕਿ ਅੱਧਾ ਚਮਚਾ ਪਾਣੀ ਦਾ ਲੰਘ ਜਾਂਦਾ ਤੇ ਅੱਧਾ ਬਾਹਰ ਹੀ ਨਿਕਲ ਜਾਂਦਾ ਜਦੋਂ ਤੇਰਾ ਹੁਕਮ ਨਹੀਂ ਹੁੰਦਾ। ਮੂੰਹ 'ਚ ਪਾਈ ਵੀ ਗਰਾਹੀ ਬਾਹਰ ਡਿੱਗ ਪੈਂਦੀ ਆ। ਅੱਧਾ ਲਫ਼ਜ਼ ਅੰਦਰ, ਅੱਧਾ ਬਾਹਰ ਹੀ ਰਹਿ ਜਾਂਦਾ। ਉਦੋਂ ਪਤਾ ਲੱਗਦਾ ਕਿ ਕਿਰਪਾ ਬਿਨਾਂ ਨਹੀਂ ਗੱਲਾਂ ਵਾਪਰਦੀਆਂ। ਮੈਨੂੰ ਅਹਿਸਾਸ ਹੋ ਚੁੱਕਿਆ, ਮੈਂ ਜਾਣ ਚੁੱਕਿਆ ਕਿ ਤੇਰੇ ਨਿਯਮਾਂ ਦੇ ਅਧੀਨ ਸਭ ਕੁਝ ਹੋ ਰਿਹਾ। ਜੋ ਕੁਝ ਵੀ ਹੁੰਦਾ ਤੇਰਾ ਕੀਤਾ ਕਰਾਈ ਹੁੰਦਾ। ਬੁਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। ਤੂੰ ਸਾਡਾ ਸਭ ਦਾ ਮਾਲਕ ਹੈ, ਤੂੰ ਗੁਣਾਂ ਦਾ ਖਜ਼ਾਨਾ ਹੈ, ਤੂੰ ਡੂੰਘੇ ਜਿਗਰੇ ਵਾਲਾ ਹੈ। ਸਾਨੂੰ ਪਤਿੱਤਾਂ ਨੂੰ ਵੀ ਪਾਲਦਾ, ਜਿਹੜੇ ਕਿਸੇ ਤਰ੍ਹਾਂ ਵੀ ਅਸੀਂ ਕੋਈ ਗੁਣ ਹੀ ਨਹੀਂ ਰੱਖਦੇ ਹਾਂ, ਉਹਨਾਂ ਨੂੰ ਵੀ ਤੂੰ ਪਾਲਦਾ। ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਗੁਰੂ ਸਾਹਿਬ ਕਹਿੰਦੇ ਕਿ ਜਪ ਕੀ ਜਪਗੇ ਵੀ, ਜਪ ਨਾਨਕ ਨਾਮ ਸੱਚ ਸਾਖੀ। ਜਿਹੜੀ ਨਾਮ ਦੀ ਸੱਚੀ ਸਾਖੀ ਸਾਨੂੰ ਦਿੱਤੀ ਵੀ ਹੈ ਨਾ, ਗਵਾਹੀ, ਕਿ ਉਹ ਇੱਕ ਹੈ, ਉਹ ਓਂਕਾਰ ਹੈ। ਉਹਦੀ ਝਣਕਾਰ ਤੁਹਾਡੇ ਅੰਦਰ ਪੈ ਰਹੀ ਹੈ ਗੁਪਤ ਰੂਪ 'ਚ। ਤੁਸੀਂ ਉਹਦੇ ਤੇ ਧਿਆਨ ਦੇਣਾ। ਇਹਨਾਂ ਸਾਹਾਂ ਦਾ ਸੰਗ ਕਰਕੇ, ਸਵਾਸ ਗੁਰੂ ਦਾ ਲੜ ਫੜ ਕੇ ਸ਼ਬਦ ਗੁਰੂ ਦੇ ਲੜ ਲੱਗਣਾ। ਸ਼ਬਦ ਗੁਰੂ ਦਾ ਮਿਲਾਪ ਹੋਣ ਤੋਂ ਬਾਅਦ ਤੁਹਾਨੂੰ ਪਤਾ ਲੱਗਣਾ ਕਿ ਉਹ ਨਾਨਕ ਨਾਮ ਦੀ ਜਿਹੜੀ ਸਾਖੀ ਆ ਨਾ, ਓਂਕਾਰ ਦੀ ਝੁਨਕਾਰ ਆ, ਉਹ ਅਣਹਦ ਨਾਦ ਪੰਜ ਸ਼ਬਦ ਤੁਹਾਨੂੰ ਸੁਣਨੇ ਸ਼ੁਰੂ ਹੋ ਜਾਣੇ ਆ। ਉਹਨਾਂ ਦਾ ਸੰਗ ਮਾਣਿਆ ਅਲੌਕਿਕ ਅਵਸਥਾਵਾਂ ਬਣਦੀਆਂ, ਚੜ੍ਹਦੀ ਕਲਾ ਦੀ ਅਵਸਥਾ ਬਣਦੀ ਹੈ। ਜਪ ਨਾਨਕ ਨਾਮ ਸੱਚ ਸਾਖੀ,
ਨਾਮ ਕੀ ਆ? ਇੱਕ ਓੰਕਾਰ ਸਤਨਾਮ। ਸੱਚਾ ਨਾਮ ਕੀ ਆ? ਇੱਕ ਓੰਕਾਰ। ਇਹ ਯਾਦ ਰੱਖਣਾ, ਗੁਰੂ ਨਾਨਕ ਦੇ ਘਰ ਦੀ ਜਿਹੜੀ ਦਾਤ ਹੈ ਇਹ ਇੱਕ ਓੰਕਾਰ ਹੈ, ਇਹੀ ਸੱਚਾ ਨਾਮ ਹੈ। ਤੇ ਇਹਦੇ ਕੋਲ ਜਾਣ ਲਈ ਗੁਰੂ ਨਾਨਕ ਸਾਹਿਬ ਉਹਨਾਂ ਸਮਿਆਂ 'ਚ ਜਦੋਂ ਸੰਗਤ ਆਉਂਦੀ ਬਹਿੰਦੀ ਚਰਨਾਂ 'ਚ, ਤਾਂ ਗੁਰੂ ਸਾਹਿਬ ਕਹਿੰਦੇ ਕਿ ਜਿਵੇਂ ਜਿਵੇਂ ਤੁਸੀਂ ਅੰਦਰ ਨੂੰ ਸਾਹ ਲਓਗੇ ਤੁਹਾਨੂੰ ਆਪਣੇ ਆਪ ਅੰਦਰੋਂ ਮਹਿਸੂਸ ਹੋਣਾ, ਇੱਕ ਸਾਊਂਡ ਸੁਣਨੀ ਹੈ ਕਿ ਸੋ, ਜਦੋਂ ਹੀ ਸਾਹ ਨੇ ਬਾਹਰ ਆਉਣਾ, ਹਮ ਸੋ ਹਮ ਸੋ ਹਮ, ਇਹ ਬੋਲਣਾ ਨਹੀਂ, ਮਹਿਸੂਸ ਕਰਨਾ ਹੈ। ਇਹ ਸਾਸ ਗਰਾਸ ਸਿਮਰਨ ਹੈ, ਸੋਹੰ। ਫਿਰ ਇਹ ਲਿਖ ਕੇ ਦਿੱਤਾ ਗੁਰੂ ਨਾਨਕ ਸਾਹਿਬ ਨੇ, ਨਾਨਕ ਸੋਹੰ ਹੰਸਾ ਜਪ ਜਪ ਹੋ ਤਿਰ ਭਵਨ ਤਿਸੈ ਸਮਾਹੇ। ਜਿਹੜਾ ਆਉਂਦੇ ਜਾਂਦੇ ਸਵਾਸਾਂ 'ਚੋਂ ਇਹ ਸਾਊਂਡ ਨੂੰ ਸੁਣਨ ਲੱਗ ਜੂਗਾ, ਉਹਨੂੰ ਤਿੰਨੇ ਭਵਨਾਂ ਦੀ ਸੋਝੀ ਹੋ ਜੂਗੀ। ਇਹ ਆਪਣੇ ਆਪ ਹੋਣ ਵਾਲੀਆਂ ਗੱਲਾਂ। ਤੁਰੇ ਚੱਲੋ, ਰਾਹ ਬੜਾ ਸੋਹਣਾ, ਇੱਕੋ ਹੀ ਨਾਮ ਹੈ, ਉਹਦੇ ਹਜ਼ਾਰਾਂ ਹੀ ਰੂਪ ਆ। ਇਹ ਵੀ ਚੇਤੇ ਰੱਖਣਾ, ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਜਿਹੜੇ ਨਾਮ ਨਾਲ ਵੀ ਕੋਈ ਪੁਕਾਰਦਾ ਉਹ ਧੰਨ ਹੈ। ਇਹ ਵੀ ਨਹੀਂ ਕਹਿਣਾ ਕਿ ਤੂੰ ਇਹ ਛੱਡ ਆਹ ਕਰਨਾ। ਜਿਹੜਾ ਦਿਲ ਨੂੰ ਛੂਹ ਗਿਆ, ਜਿਹੜਾ ਵੀ ਛੂਹ ਗਿਆ, ਅੱਡੋਡੀ ਹੁੰਦੀ ਹੈ। ਇਹ ਨਾ ਜਨਮਾਂ ਦੀ ਸਾਧਨਾ ਹੁੰਦੀ ਆ, ਪਿੱਛੇ ਤੋਂ ਚੱਲੀ ਆਉਂਦੀ ਹੁੰਦੀ ਹੈ। ਜਿਵੇਂ ਆਪਾਂ ਦੇਖਿਆ ਨਾ, ਕਈ ਵਾਰੀ ਕੁਛ ਲੋਕ, ਸਾਡੇ ਨਾਲ ਤਾਂ ਚਲੋ ਬਾਹ ਪੈਂਦਾ ਬਹੁਤ ਜ਼ਿਆਦਾ, ਕੁਛ ਲੋਕ ਕਹਿਣਗੇ ਜੀ ਜਦੋਂ ਹੀ ਭਗਵਾਂ ਕੱਪੜਾ ਦੇਖ ਲੈਂਦੇ ਆ ਧੂ ਪੈਂਦੀ ਆ। ਕੀ ਗੱਲ ਹੁੰਦੀ ਆ ਇਹ? ਅਸੀਂ ਕਈ ਜਨਮ ਉਹੋ ਜਿਹੇ ਸਾਧੂਆਂ ਦੀ ਸੇਵਾ 'ਚ ਰਹਿ ਚੁੱਕੇ ਹੁੰਦੇ ਆ ਤੇ ਉਹੀ ਚੀਜ਼ਾਂ ਸਾਨੂੰ ਕਰਸਤ ਕਰਦੀਆਂ। ਇੱਥੇ ਇੱਕ ਗੁਰਮੁਖ ਪਿਆਰੇ ਆਏ, ਉਹ ਕਹਿੰਦੇ ਸਾਨੂੰ ਜਿੱਥੇ ਨਿਹੰਗ ਸਿੰਘ ਦਿਖ ਜਾਂਦੇ ਆ ਸਾਨੂੰ ਚਾਅ ਚੜ ਜਾਂਦਾ, ਤੇ ਅਸੀਂ ਸਾਰੇ ਕੰਮ ਛੱਡ ਕੇ ਆਏ ਉਹਨਾਂ ਨੂੰ ਵੇਖਦੇ ਆ, ਤੇ ਜੇ ਉਹ ਰੁਕ ਜਾਣ ਤਾਂ ਸੇਵਾ ਜਿੰਨੀ ਹੋਵੇ ਕਰੀਦੀ ਹੈ। ਅਖੇ ਇਹ ਵੀ ਅੰਗ ਸੰਗ ਰਹਿਣ ਦੀਆਂ ਗੱਲਾਂ ਹਨ। ਕਿਸੇ ਨੂੰ ਨਿਰਮਲੇ ਸਾਧੂ ਦੇਖ ਕੇ, ਕਿਸੇ ਨੂੰ ਉਦਾਸੀ ਸਾਧੂ ਧੂਣਾ ਦੇਖ ਕੇ, ਕਿਸੇ ਨੂੰ ਜਟਾਵਾਂ ਦੇਖ ਕੇ ਧੂ ਪੈਂਦੀ ਹੈ। ਇਹ ਸਾਡੇ ਪਿਛਲੇ ਲਿੰਕ ਆ ਜਿਹੜੇ ਚੱਲੇ ਆਉਂਦੇ ਹੁੰਦੇ ਆ। ਪਾਤਸ਼ਾਹੀ ਬਾਣਾ ਵੇਖ ਕੇ ਬਥੇਰਿਆਂ ਨੂੰ ਖਿੱਚ ਪੈਂਦੀ ਹੈ, ਚਾਉ ਚੜ੍ਹਦੇ ਆ। ਇਹ ਸਾਰਾ ਕੁਝ ਸਾਡਾ ਪਿਛਲਾ ਨਾਲ ਆਉਂਦਾ ਹੁੰਦਾ। ਤੁਹਾਡਾ ਜਿਹੜਾ ਰਾਹ ਬਣਿਆ ਵਾ, ਜੇ ਉਸੇ ਰਾਹ ਵਾਲੇ ਨੂੰ ਜਪੀ ਜਾਂਦਾ ਉਹ ਚੱਲੂਗਾ। ਐਂਡ ਤੇ ਤੁਹਾਨੂੰ ਇੱਕੋ ਟੱਕਰਨਾ, ਉਹ ਹੈ ਇੱਕ ਓੰਕਾਰ ਸਤਨਾਮ। ਐਂਡ ਵਾਲੇ ਦਾ ਨਾਂ ਗੁਰੂ ਨਾਨਕ ਸਾਹਿਬ ਨੇ ਲਿਆ ਕਿ ਇਦੂ ਗਾਹਾਂ ਕੁਛ ਨਹੀਂ, ਹੋਰ ਕੋਈ ਨਾਮ ਨਹੀਂ ਇਦੂ ਅੱਗੇ। ਸੁਣ ਦਾ ਵਰਤਾਰਾ, ਅਰਬਦ ਨਰਬਦ ਧੁੰਦੂਕਾਰਾ, ਇਹੀ ਇੱਕ ਨਾਮ ਆ ਜਿਹੜਾ ਆਦ ਤੋਂ ਸੱਚ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਮੋਹਰੀ ਲਾਤੀ ਪੱਕੀ ਕਿ ਇਹੀ ਹੈਗਾ ਤੇ ਇਹੀ ਰਹੂਗਾ। ਬਾਕੀ ਜਿੰਨੇ ਨਾਮ ਆ ਉਹ ਨਦੀਆਂ ਦੇ ਰੂਪ ਆ, ਸੂਇਆਂ ਦੇ ਰੂਪ ਆ, ਖਾਲਿਆਂ ਦੇ ਰੂਪ ਆ। ਐਂਡ ਨੂੰ ਉਹਨਾਂ ਨੇ ਇਸ ਸਾਗਰ 'ਚ ਹੀ ਮਿਲ ਜਾਣਾ ਜਾ ਕੇ। ਓਂਕਾਰ ਦੀ ਧੁਨੀ ਐਂਡ ਹੈ, ਇੱਥੇ ਆ ਜਾਣਾ ਸਭ ਨੇ ਸੱਚੇ ਨਾਮ 'ਚ। ਤੁਰੋ ਸਹੀ ਕਿਤੋਂ ਹੀ ਤੁਰ ਪੋ। ਜਿਹੜਾ ਨਾਮ ਵੀ ਪਿਆਰਾ ਲੱਗਦਾ ਉਹੀ ਲੈਣਾ ਸ਼ੁਰੂ ਕਰ ਦਿਓ। ਜਿਹੜੇ ਨਾਮ ਨੂੰ ਲਏ ਤੋਂ ਸਰੂਰ ਚੜ੍ਹਦਾ, ਆਨੰਦ ਆਉਂਦਾ। ਕਿਸੇ ਦਾ ਵੀ ਹੋ ਸਕਦਾ, ਉਹ ਕੋਈ ਹੈ ਹੀ ਨਹੀਂ ਹੋਰ। ਜਿਹਦਾ ਵੀ ਲਾਉਂਗੇ ਉਹਦੇ ਅੰਦਰ ਮਾਲਕ ਫੇਰ ਆਪ ਬੈਠਾ। ਸਾਡੇ ਤਾਂ ਆਮ ਪੰਜਾਬੀ ਲੋਕਾਂ 'ਚ ਇਹ ਗੱਲ ਹੀ ਹੈਗੀ ਆ, ਅਸਾਂ ਤਾਂ ਤੈਨੂੰ ਰੱਬ ਮੰਨਿਆ, ਅਸੀਂ ਸਜਦਾ ਤਾਂ ਕੀਤਾ। ਅਸੀਂ ਤਾਂ ਸਜਦਾ ਹੀ ਤਾਂ ਕਰਦੇ ਹਾਂ ਕਿ ਪਹਿਲਾਂ ਰੱਬ ਨੂੰ ਦੇਖਦੇ ਹਾਂ ਉਹਦੇ 'ਚ, ਐਵੇਂ ਝੁਕਦੇ ਹੀ ਨਹੀਂ। ਝੁਕਦੇ ਹੀ ਰੱਬ ਨੂੰ ਆ। ਹਾਂ, ਦੂਰ ਵਾਲੇ ਨੂੰ ਕਈ ਵਾਰੀ ਭੁਲੇਖਾ ਪੈ ਜਾਂਦਾ ਕਿ ਕਿਹਨੂੰ ਮੱਥਾ ਟੇਕੀ ਜਾਂਦਾ, ਕੀ ਕਰੀ ਜਾਂਦਾ। ਪਰ ਅਵਸਥਾ ਗੁਰਮੁਖਾਂ ਦੀ ਇਹੀ ਹੁੰਦੀ ਆ ਕਿ ਉਹਨਾਂ ਨੂੰ ਝਲਕਾਰੇ ਉਹਦੀ ਪੈਂਦੇ ਆ, ਰੰਗ ਤਰੰਗ ਉਹਦੀ ਪੈਂਦੇ ਆ। ਸਾਡੇ ਤੇ ਤਾਂ ਅਤੀ ਕਿਰਪਾ ਕਰਕੇ ਗਏ ਸੀ ਸਤਿਗੁਰੂ ਕਿ ਆਹ ਜਿਹੜੀਆਂ ਸੂਆ ਸੱਤ ਦੀਆਂ ਗੱਲਾਂ, ਉਹਦਾ ਹੱਥ ਨਾ ਲੱਗ ਜੇ, ਉਹਦਾ ਪਰਸਾਮਾ ਨਾ ਪੈ ਜੇ, ਸਾਡਾ ਆਹ ਨਾ ਹੋ ਜੇ, ਉਹ ਨਾ ਹੋ ਜੇ, ਇਹਨਾਂ ਸਾਰੇ ਬੰਧਨਾਂ 'ਚੋਂ ਕੱਢਿਆ। ਪਹਿਲਾਂ ਬੌਲੀਆਂ ਬਣਾਈਆਂ ਕਿ ਇਕੱਠੇ ਜਲ ਛਕੋ, ਇਕੱਠੇ ਇਸ਼ਨਾਨ ਕਰੋ। ਲੋਕਾਂ ਦੇ ਅੱਡ ਅੱਡ ਖੂਹ ਹੁੰਦੇ ਸੀ, ਬੜਾ ਕੁਛ ਸੀਗਾ। ਉਹ ਸਾਨੂੰ ਨੇੜੇ ਲਿਆਂਦਾ। ਫਿਰ ਇੱਕ ਪੰਗਤ 'ਚ ਲੈ ਕੇ ਆਂਦਾ। ਫਿਰ ਸਤਿਗੁਰਾਂ ਨੇ ਖੰਡੇ ਦੀ ਪੌਲ ਵੇਲੇ ਤਾਂ ਐਂਡ ਹੀ ਕਰਤਾ ਕਿ ਕਿਹੇ ਜੀ ਵੀ ਜਾਤੀ ਪਾਤੀ ਦਾ ਬੰਦਾ ਇੱਕੋ ਮੰਡਲੀ 'ਚ ਬੈਠਾ, ਇੱਕੋ ਬਾਟੇ 'ਚੋਂ ਦੋ ਦੋ ਘੁੱਟਾਂ ਛਕਾਈਆਂ। ਮਤਲਬ ਕੀ ਸੀ ਕਿ ਜਿਨ੍ਹਾਂ ਤੋਂ ਦੂਰ ਦੂਰ ਦੀ ਲੰਘਦੇ ਸੀ ਉਹਨੇ ਵੀ ਘੁੱਟਾਂ ਇਹਦੇ 'ਚੋਂ ਭਰੀਆਂ, ਤੂੰ ਵੀ ਭਰੀਆਂ। ਕੀ ਵਿਗੜ ਗਿਆ ਤੇਰਾ ਵੀ? ਉਹ ਭਿੱਟ ਭੰਨੀ ਸੀ, ਉਹ ਜਿਹੜਾ ਸਾਡੇ ਅੰਦਰ ਹਉਮੈ ਦਾ ਇੱਕ ਕਬਜ਼ ਸੀਗਾ ਕਿ ਅਸੀਂ ਉੱਚੀਆਂ ਜਾਤਾਂ ਵਾਲੇ, ਉਹਨੂੰ ਮਲੀਆ ਮੇਟ ਕੀਤਾ। ਉਹ ਹੋ ਕੀ ਗਿਆ ਤੁਹਾਨੂੰ? ਉਹ ਸਾਰਾ ਕੁਝ ਛਡਾਇਆ ਸੀ ਕਿ ਅੱਜ ਤੋਂ ਤੁਸੀਂ ਪੂਰੀ ਕਾਇਨਾਤ ਦੇ ਖਾਲਸੇ ਹੋ, ਤੁਸੀਂ ਕਾਲ ਪੁਰਖ ਨਾਲ ਸੰਬੰਧਿਤ ਹੋ। ਤੁਹਾਨੂੰ ਕਿਸੇ ਚੀਜ਼ ਦੀ, ਜਿਹਨੂੰ ਤੁਸੀਂ ਨੀਚ ਤੋਂ ਨੀਚ ਮੰਨਦੇ ਸੀ, ਉਹਦੇ ਝੂਠੇ ਨੂੰ ਵੀ ਛਕ ਲਿਆ ਤਾਂ ਹੋਰ ਕੀ ਰਹਿ ਗਿਆ ਪਿੱਛੇ।
ਇੱਕੋ ਜਿਹੇ ਹੋ ਗਏ ਸਭ, ਜਾਣੀ ਬਹੁਤ ਮੈਸੇਜ ਡੂੰਘੇ ਸੀਗੇ। ਅਸੀਂ ਉਹ ਛਕਣ ਤੋਂ ਬਾਅਦ ਵੀ ਅਸੀਂ ਤਾਂ ਭੈਣ ਭਰਾਵਾਂ ਦੇ ਕੱਪੜੇ ਲੀੜੇ ਅੱਡ ਕਰ ਦਿੰਦੇ ਆ, ਸਾਬੇ ਅੱਡ ਕਰਤੇ, ਕਿਸੇ ਦੀ ਫਰਿੱਜ ਅੱਡ ਰੱਖੀ ਪਈ ਆ ਕਿ ਇਹਨੇ ਅੰਮ੍ਰਿਤ ਨਹੀਂ ਛਕਿਆ, ਇਹਨੇ ਆਹ ਨਹੀਂ ਕੀਤਾ। ਅਸੀਂ ਤਾਂ ਉਹ ਜਿਹੜੇ ਗੱਲ 'ਚੋਂ ਗੁਰੂ ਸਾਹਿਬ ਨੇ ਕੱਢਿਆ ਸੀ, ਸਾਨੂੰ ਬਾਣੀ ਦੇ ਲੜ ਲਾਇਆ ਸੀ, ਉਹਦੇ 'ਚ ਫੇਰ ਫਸ ਗਏ। ਕਈ ਵਾਰੀ ਸਕੇ ਭੈਣ ਭਾਈਆਂ ਦੇ ਘਰਾਂ 'ਚ ਜਾ ਕੇ ਕੁਛ ਲੋਕ ਚਾਹ ਨਹੀਂ ਪੀਂਦੇ, ਪ੍ਰਸ਼ਾਦਾ ਨਹੀਂ ਛਕਦੇ, ਕੁਛ ਹੋਰ ਨਹੀਂ, ਕਿ ਅਸੀਂ ਤਾਂ ਆਪਣਾ ਹੀ ਜੀ ਕਰਦੇ ਆ, ਆਪਣਾ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੇ ਆ ਪਤਾਲ 'ਚੋਂ। ਆਹ ਖੰਡ ਸਾਰੇ ਜਿੱਥੋਂ ਕਿਤੋਂ ਬਣ ਕੇ ਆਉਂਦੀ ਆ, ਕਿਤੇ ਦੇਖ ਲਿਓ ਕਿੱਥੋਂ ਆਉਂਦੀ ਆ। ਟੁੱਥ ਪੇਸਟ ਕਰਦੇ ਹੋ, ਪਸ਼ੂਆਂ ਦੇ ਹੱਡ ਹੀ ਆ ਸਾਰੇ। ਜਿਹੜਾ ਕੁਝ ਵੀ ਕਰਦੇ ਹੋ, ਕਿੰਨੀ ਕੁਛ ਨਾ ਕੁਛ ਤਾਂ ਵਰਤੋਂਗੇ ਨਾ ਸੰਸਾਰ 'ਚੋਂ। ਇੱਕ ਵੀ ਚੀਜ਼ ਆ ਸੰਸਾਰ ਦੀ ਵਰਤੀ ਗਈ, ਸਮਝ ਲਓ ਤੁਸੀਂ ਸਾਰਾ ਕੁਝ ਹੀ ਚੱਕ ਲਿਆ। ਇਹਨਾਂ ਵਹਿਮਾਂ 'ਚੋਂ ਨਿਕਲਣਾ, ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੁੰਦਾ। ਸਾਧਨਾ ਕਰਦਿਆਂ ਕੁਝ ਗੱਲਾਂ ਅਨੁਭਵ ਹੁੰਦੀਆਂ ਉਹਨਾਂ ਦਿਨਾਂ ਦੀ ਬਚਤ ਹੁੰਦੀ ਹੈ। ਜਿਵੇਂ ਡਾਕਟਰ ਮਰੀਜ਼ ਨੂੰ ICU 'ਚ ਲੈ ਕੇ ਜਾਂਦਾ, ਉਦੋਂ ਇੱਕ ਸਿਚੁਏਸ਼ਨ ਇਹ ਜੀ ਆ ਉਹਦੇ ਸਰੀਰ ਦੀ ਕਿ ਉਹਨੂੰ ਸੁਰੱਖਿਅਤ ਰੱਖਣ ਲਈ ਜੋੜੇ ਵੀ ਲਹਾਏ ਜਾਂਦੇ ਆ, ਦਸਤਾਨੇ ਵੀ ਪਾਏ ਜਾਂਦੇ ਆ, ਮੂੰਹ ਤੇ ਵੀ ਕੱਪੜਾ ਦਵਾਇਆ ਜਾਂਦਾ ਕਿ ਸਾਡੇ ਜੀਵਾਣੂ ਕੀਟਾਣੂ ਕਿਤੇ ਉਹਦੇ ਜ਼ਖਮ ਤੱਕ ਨਾ ਜਾ ਲੱਗਣ। ਇੱਕ ਸਮਾਂ ਹੁੰਦਾ। ਪਰ ICU ਤੋਂ ਜਦੋਂ ਬਾਹਰ ਆ ਜਾਂਦਾ ਬੰਦਾ, ਠੀਕ ਹੋ ਜਾਂਦਾ, ਫਿਰ ਉਹੀ ਬੰਦਾ ਉਹਨਾਂ ਲੋਕਾਂ ਨੂੰ ਜੱਫੀਆਂ ਪਾ ਕੇ ਮਿਲਦਾ, ਕੋਈ ਮਾਸਕ ਨਹੀਂ, ਕੋਈ ਕੁਛ ਨਹੀਂ, ਉਹਨਾਂ ਲੋਕਾਂ ਦੀ ਵਿੱਚ ਰਹਿੰਦਾ, ਇਕੱਠੇ ਖਾਣਾ ਖਾਂਦੇ ਆ, ਇਕੱਠੇ ਅੱਧਾ ਗਲਾਸ ਪਾਣੀ ਚਾਹ ਦਾ ਪੀਂਦੇ ਆ। ਫਿਰ ਮਤਲਬ ਨਹੀਂ। ਜੇ ਹੁਣ ਉਹ ਜਿਹੜਾ ਵਰਤਾਓ ਉਹਦੇ ਨਾਲ ICU 'ਚ ਹੋਇਆ, ਉਹ ਸਦਾ ਲਈ ਮੰਨ ਲਏ, ਫਿਰ ਤਾਂ ਉਹਦਾ ਜੀਵਨ ਨਰਕ ਬਣ ਗਿਆ। ਜਦੋਂ ਅਸੀਂ ਕੋਈ ਖਾਸ ਸਾਧਨਾਵਾਂ ਕਰਦੇ ਹਾਂ, ਕੁਛ ਦਿਨਾਂ ਲਈ ਕੁਛ ਗੱਲਾਂ ਹੁੰਦੀਆਂ ਕਿ ਜਦੋਂ ਇੰਨੇ ਗਤੀਵਿਧੀ ਨਾਲ ਅਸੀਂ ਆਪ ਹੀ ਤਿਆਰ ਕਰਾਂਗੇ ਫੁਲਕਾ, ਆਪ ਹੀ ਛਕਾਂਗੇ, ਉਹਦਾ ਇੱਕ ਫਲ ਹੈਗਾ। ਕੁਛ ਦਿਨ ਹੁੰਦੇ ਆ ਜਦੋਂ ਅਸੀਂ ਕੋਈ ਸਾਧਨਾ 'ਚ ਬੈਠੇ ਹਾਂ, ਕੋਈ ਖਾਸ ਕੋਈ ਟੌਪਿਕ 'ਤੇ ਚੱਲੇ ਹੋਏ ਹਾਂ। ਪਰ ਨੋਰਮਲ ਵਰਤਾਰਾ ਜਿਹੜਾ ਸਾਡੀ ਜ਼ਿੰਦਗੀ ਦਾ, ਉਹ ਚੜ੍ਹਦੀ ਕਲਾ ਵਾਲਾ ਹੋਣਾ ਚਾਹੀਦਾ। ਗੁਰਪ੍ਰਸਾਦ ਕਹਿ ਕੇ, ਸਤਨਾਮ ਕਹਿ ਕੇ ਕਿਤੋਂ ਵੀ ਕੁਛ ਛਕਿਆ ਜਾ ਸਕਦਾ। ਕੋਈ ਸਾਡੀਆਂ ਵੀ ਅੱਖਾਂ 'ਚ ਪਾਵਰ ਆ, ਸਾਨੂੰ ਵੀ ਦਾਤੇ ਨੇ ਦਿੱਤਾ, ਉਹਦੇ ਕਨੀ ਝਾਕ ਕੇ ਜਲ ਕਰਨੀ, ਉਹ ਪ੍ਰਸ਼ਾਦੇ ਕਰਨੀ। ਤੁਸੀਂ ਪੜ੍ਹ ਲਓ, ਮੂਲ ਮੰਤਰ ਪੜ੍ਹੋ ਤੇ ਛਕੋ। ਇਹ ਸਾਰੇ ਵਹਿਮਾਂ 'ਚੋਂ ਸਤਿਗੁਰਾਂ ਨੇ ਕੱਢਿਆ ਸੀ। ਮਹਾਰਾਜ ਕਿਰਪਾ ਕਰਨ, ਬਾਣੀ ਖੁਦ ਪੜ੍ਹਨ ਲੱਗ ਜਾਈਏ। ਤੇ ਬਾਣੀ ਪੜ੍ਹਦੇ ਵੀ ਇੱਕ ਕਿਰਪਾ ਹੋਰ ਆ ਕਿ ਜਦੋਂ ਅਸੀਂ ਮੰਨ ਲੈਂਦੇ ਹਾਂ ਕਿ ਮੈਂ ਇੰਨੇ ਅੰਗ ਪੜ੍ਹਨੇ ਆ, ਤੇ ਸਾਡਾ ਮਨ ਐਡਾ ਚਲਾਕ ਆ, ਸਾਨੂੰ ਆਈ ਅੰਦਰੋਂ ਦਿਖਾਈ ਜਾਂਦਾ ਬਸ ਇੱਕ ਪੜ੍ਹਤਾ, 2 ਰਹਿ ਗਏ, 4 ਰਹਿ ਗਏ। ਉਹ ਸੁਰਤ ਨੂੰ ਸਾਨੂੰ ਉੱਥੇ ਲੈ ਜਾਂਦਾ ਜਿੱਥੇ ਨਿਬੇੜਦੇ। ਜਿਹੜੀ ਗੱਲ ਜਾਣਨ ਦੇ ਮਾਰੇ ਪੜ੍ਹਦੇ ਸੀ, ਉੱਥੇ ਨਹੀਂ ਆਉਣ ਦਿੰਦਾ। ਇਹਦੀ ਇਹ ਚਾਲ ਨੂੰ ਸਮਝੋ, ਮਨ ਨੂੰ ਇਹ ਭੇਤ ਹੀ ਨਾ ਦਿਓ। ਜੇ 5 ਮਿੰਟਾਂ ਲਈ ਬੈਠੋ ਤਾਂ 7 ਲਾ ਦਿਓ, ਜੇ 10 ਮਿੰਟ ਕਹਿ ਕੇ ਬੈਠੋ ਤਾਂ 7 ਹੀ ਉੱਠ ਖੜੋ। ਇਹਨੂੰ ਨਾ ਭੇਤ ਆਉਣ ਦਿਓ ਕਿ ਤੁਸੀਂ ਕਰੋਗੇ ਕੀ। ਇਹਦੇ ਨਾਲ ਲੁਕਣ ਵਿੱਚ ਹੀ ਖੇਡੋ। ਥੋੜੀ ਜਿਹੀ ਚੋਰ ਚਪਾਹੀ ਦੀ ਖੇਡ ਚੱਲਦੀ ਆ, ਇਹ ਫਿਰ ਬੇਵੱਸ ਹੋ ਜਾਂਦਾ। ਤੁਸੀਂ ਆਪਦੀ ਮਰਜ਼ੀ ਨਾਲ ਜਿਹੜੀ ਗੱਲ ਜਾਣਨ ਦੇ ਮਾਰੇ ਬੈਠੇ ਹੋ, ਜੋ ਲਿਖੀ ਆ ਗੁਰਬਾਣੀ 'ਚ, ਜੋ ਉਹਦੇ ਅਰਥ ਆ, ਉਹਨਾਂ ਨੂੰ ਹੰਢਾਉਣ ਦੀ ਕੋਸ਼ਿਸ਼ ਕਰੋ, ਉਹਨਾਂ ਨੂੰ ਅੰਦਰੋਂ ਜਾਣਨ ਦੀ ਕੋਸ਼ਿਸ਼ ਕਰੋ। ਇਹਦੇ ਮਗਰ ਲੱਗ ਕੇ ਕਿ ਇੰਨਾ ਹੀ ਟਾਈਮ ਲਾਉਣਾ, ਆਹ ਲਾਉਣਾ, ਇਹ ਗੱਲਾਂ ਫਿਰ ਉਲਝਾ ਦਿੰਦਾ। ਸਾਨੂੰ ਹੁਣ ਬਹੁਤ ਗੁਰਮੁਖ ਕਹਿੰਦੇ ਆ ਕੇ ਜੀ, ਸਾਨੂੰ ਤਾਂ ਬਹੁਤ ਸਾਲ ਹੋ ਗਏ ਸੀ ਬਾਣੀ ਪੜ੍ਹਦੇ ਨੂੰ, ਅਸੀਂ ਤਾਂ ਕਿਤੇ ਸੋਚੇ ਨਹੀਂ ਸੀ ਕਿ ਪਵਨ ਗੁਰੂ ਐਂ ਗੁਰੂ ਆ, ਪਵਨ ਤੇ ਆਹ ਚੀਜ਼ ਆ, ਪਾਣੀ ਪਿਤਾ, ਇਹਦੇ ਆਹ ਗੁਣ ਦੱਸਦੇ ਹੋ ਤੁਸੀਂ ਇੰਨੇ ਕਿ ਪਾਣੀ ਨਾਲ ਬਦਲਾਅ ਹੋ ਜਾਂਦੇ ਆ, ਆਹ ਹੋ ਜਾਂਦਾ, ਧਰਤੀ ਮਾਤਾ ਨੂੰ ਟੱਚ ਕਰਿਆ ਆਹ ਹੋ ਜਾਂਦਾ। ਸਾਡੇ ਪੰਜੇ ਤੱਤ ਹੀ ਘਟਦੇ ਵੱਧਦੇ ਵੀ ਰਹਿੰਦੇ ਆ। ਅਸੀਂ ਹੁਣ ਨੰਗਾ ਪੈਰ ਧਰਤੀ ਤੇ ਲਾਉਂਦੇ ਹੀ ਨਹੀਂ ਹਾਂ। ਜਿਹੜਾ ਬੰਦਾ ਗੁਰੂ ਘਰ ਵੀ ਨਹੀਂ ਜਾਂਦਾ, ਉਹਦਾ ਧਰਤੀ ਤੱਤ ਇੰਨਾ ਘਟ ਜਾਂਦਾ ਕਿ ਰਹੇ ਰੱਬ ਦਾ ਨਾ। ਉਹਦੇ ਫਿਰ ਉਹੋ ਜਿਹੇ ਰੋਗ ਸੋਗਾ ਮਾਰ ਲਿਆ ਕਰੋ ਸਰਚ ਗੂਗਲ ਤੇ, ਅੱਜ ਕੱਲ੍ਹ ਤਾਂ ਪਤਾ ਲੱਗ ਜਾਂਦਾ ਕਿ ਧਰਤੀ ਤੱਤ ਘਟ ਜੇ ਤਾਂ ਕੀ ਬਿਮਾਰੀਆਂ ਲੱਗਦੀਆਂ, ਪਾਣੀ ਤੱਤ ਘਟ ਜੇ ਤਾਂ ਕੀ ਹੋ ਜਾਂਦਾ, ਅਗਨੀ ਤੱਤ ਘਟ ਜੇ ਤਾਂ ਕੀ ਹੋ ਜਾਂਦਾ। ਅੱਜ ਤਾਂ ਸਾਰਾ ਕੁਝ ਸਾਡੇ ਸਾਹਮਣੇ ਪਿਆ। ਤੇ ਸਾਡੇ ਸਤਿਗੁਰਾਂ ਨੇ ਇੱਕ ਇਹੋ ਜਿਹਾ ਬੈਲੈਂਸ ਬਣਾਇਆ ਸੀ ਕਿ ਕਿਵੇਂ ਤੁਸੀਂ ਅੰਮ੍ਰਿਤ ਵੇਲੇ ਉੱਠਣਾ, ਜਲ ਤੱਤਵ ਨੂੰ ਲੈਣਾ, ਤੁਹਾਡਾ ਜਲ ਤੱਤਵ ਪੂਰਾ। ਫਿਰ ਜੇ ਤੁਸੀਂ ਜੋਤ ਲਾਉਣੇ ਹੋ ਦੇਸੀ ਘਿਓ ਦੀ, ਤਾਂ ਤੁਸੀਂ 2 ਸਕਿੰਟ 4 ਸਕਿੰਟ 5 ਸਕਿੰਟ ਕੁਛ ਟਾਈਮ ਤਾਂ ਜੋਤ ਵੱਲ ਵੇਖਦੇ ਹੋ ਨਾ, ਤੁਹਾਡਾ ਅਗਨੀ ਤੱਤ ਪੂਰਾ। ਸੁਗੰਧੀ ਲਈ ਸਾਰੀਆਂ ਦੇਵ ਰੂਹਾਂ ਦਾ ਪਹਿਰਾ। ਫਿਰ ਤੁਸੀਂ ਨੰਗੇ ਪਾਉਂ ਚੱਲ ਕੇ ਗੁਰੂ ਘਰ ਗਏ, ਤੁਹਾਡਾ ਧਰਤੀ ਤੱਤ ਪੂਰਾ। ਫਿਰ ਸੂਰਜ ਦੇ ਸਾਹਮਣੇ 10-20 ਮਿੰਟ ਰਹੇ, ਉਹ ਵੀ ਤੁਹਾਡਾ ਅਗਨੀ ਤੱਤ ਪੂਰਾ ਹੋ ਗਿਆ। ਖੁੱਲ੍ਹੇ ਥਾਂ ਗਏ ਅਸਮਾਨ 'ਚ, ਧਿਆਨ 'ਚ ਬੈਠੇ, ਆਉਂਦੇ ਜਾਂਦੇ ਸਵਾਸਾਂ ਨੂੰ ਵੇਖਿਆ, ਤੁਹਾਡਾ ਆਕਾਸ਼ ਤੱਤ ਪੂਰਾ ਹੁੰਦਾ ਧਿਆਨ 'ਚ ਬੈਠਣ ਨਾਲ। ਜਿਵੇਂ ਜਿਵੇਂ ਆਕਾਸ਼ ਖੁੱਲ੍ਹਦਾ, ਆਕਾਸ਼ ਧਿਆਨ ਟਿਕਦਾ, ਉਵੇਂ ਉਵੇਂ ਆਕਾਸ਼ ਤੱਤ ਵੱਧਦਾ। ਐਂ ਲੱਗਦਾ ਕਿ ਪੂਰੇ ਸੰਸਾਰ 'ਚ ਫੈਲਾਓ ਹੋ ਗਿਆ, ਤੁਸੀਂ ਹੋ ਸਾਰਿਆਂ 'ਚ। ਇਹ ਗੱਲਾਂ ਵਾਪਰਦੀਆਂ, ਪੰਜੇ ਤੱਤ ਪੂਰੇ ਹੋ ਜਾਂਦੇ ਆ। ਪੰਜੇ ਤੱਤਾਂ ਨੂੰ ਬੈਲੈਂਸ ਰੱਖਣ ਦਾ ਸਾਡੇ ਸਤਿਗੁਰਾਂ ਨੇ ਸਾਨੂੰ ਬਹੁਤ ਵੱਡਾ ਤਰੀਕਾ ਦਿੱਤਾ ਵਾ। ਸਤਿਗੁਰੂ ਮਿਹਰ ਕਰਨ, ਆਉਣ ਵਾਲੇ ਦਿਨਾਂ 'ਚ ਆਪਾਂ ਇਹ ਸਾਂਝਾ ਪਾਉਂਦੇ ਰਿਹਾ ਕਰਾਂਗੇ। ਤੁਸੀਂ ਬੜਾ ਪਿਆਰ ਦੇ ਰਹੇ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਜੁੜੇ ਰਹੋ, ਗੁਰੂ ਨਾਨਕ ਦੀ ਬਾਣੀ ਤਾਰ ਕੇ ਲੈ ਜੂਗੀ।
ਇੱਥੇ ਰਹਿੰਦਿਆਂ ਵੀ ਦਰਗਾਹ ਦੇ ਵਿੱਚ ਵੀ ਭਵ ਸਾਗਰ ਪਾਰ ਹੋ ਜਾਣਾ। ਨਿੱਕੇ ਹੁੰਦੇ ਸੁਣਦੇ ਸੀ, ਜੇ ਭਵਜਲ ਲੰਘਣਾ ਨਹੀਂ ਜਿੰਦੜੀਏ, ਪੜ੍ਹ ਸਤਿਗੁਰ ਦੀ ਬਾਣੀ। ਸ਼ਾਇਦ ਉਹੋ ਜਿਹੀਆਂ ਗੱਲਾਂ ਸੁਣੀਆਂ ਤਾਂ ਬਚਪਨ 'ਚ ਹੀ ਪੜ੍ਹਨ ਲੱਗੇ ਤਾਂ ਬੜਾ ਕੁਛ ਮਿਲਿਆ, ਬੜੀਆਂ ਵੱਡੀਆਂ ਦਾਤਾਂ ਮਿਲੀਆਂ। ਵਰਤਾਉਣ ਦਾ ਹੁਕਮ ਹੋਇਆ ਮਾਂ ਵੱਲੋਂ ਤਾਂ ਹੁਣ ਵਰਤਾ ਰਹੇ ਆ। ਦਾਸ ਤੁਹਾਡਾ ਆਪਣਾ ਮਾਂ ਦੇਸਾਂ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ, ਮਾਈ ਦੇਸਾਂ ਪਾਤਸ਼ਾਹੀ 10ਵੀਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।